ਇਸ ਗੁਰਮੁਖ ਪਿਆਰੇ ਨੇ ਜੋ ਪੁਰਾਣੇ ਸੰਗੀ ਸਾਥੀ ਸਨ, ਜਿਹੜੇ ਆਣ ਕੇ ਇਹਨੂੰ ਸਮਝਾ ਰਹੇ ਸਨ, ਉਹਨਾਂ ਨੂੰ ਮੈਸੇਜ ਵੀ ਕੀਤਾ ਹੈ, ਮੈਨੂੰ ਭੇਜ ਦਿੱਤਾ। ਪਰ ਆ ਜੋ ਹੇਠਾਂ ਪੰਕਤੀਆਂ ਲਿਖੀਆਂ ਹੋਈਆਂ ਹਨ, ਇਹ ਸਮਝਣਯੋਗ ਹਨ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆਪਣਾ ਧਿਆਨ ਮੇਰੇ ਵੱਲੋਂ ਹਟਾ ਕੇ ਰੱਬ ਵੱਲ ਲਾਓ, ਜੋ ਸਤਸੰਗਤ ਦਾ ਮਤਲਬ ਹੈ। ਜੇ ਧਿਆਨ ਨਹੀਂ ਟਿਕ ਰਿਹਾ ਤਾਂ ਸੰਤਾਂ ਦੀ ਸ਼ਰਨ ਹੈ। ਇਹ ਕਹਿ ਰਿਹਾ ਹੈ ਪੁਰਾਣੇ ਸੰਗੀਆਂ ਨੂੰ ਵੀ ਤੁਸੀਂ ਮੇਰੇ ਵੱਲ ਧਿਆਨ ਹਟਾਓ, ਰੱਬ ਵੱਲ ਲਾਓ। ਦੇਖੋ, ਹਾਲੇ ਵੀ ਉਹਨਾਂ ਦਾ ਭਲਾ ਹੀ ਸੋਚ ਰਿਹਾ ਹੈ। ਵੀ ਤੁਸੀਂ ਫਿਰ ਵੀ ਧਿਆਨ ਬਾਹਰ ਹੀ ਲਾ ਰਹੇ ਹੋ। ਜੇ ਕੋ ਸੰਗੀਆਂ ਸਾਥੀਆਂ 'ਤੇ ਧਿਆਨ ਲੱਗ ਗਿਆ ਤੇ ਬਾਹਰ ਲੱਗ ਗਿਆ ਨਾ, ਫਿਰ ਸੁਧਾਰਨ ਕਰਕੇ ਜ਼ਿਆਦਾ ਧਿਆਨ ਬਾਹਰ ਲੱਗਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਨ੍ਹਾਂ ਨੂੰ ਤੁਸੀਂ ਸੁਧਾਰਨ ਵਿੱਚ ਲੱਗ ਜਾਂਦੇ ਹੋ ਵੀ ਉਹ ਵਿਗੜੇ ਹੋਏ ਹਨ ਜਾਂ ਭੁੱਲੇ ਹੋਏ ਹਨ, ਭਟਕੇ ਹੋਏ ਹਨ, ਉਹਨਾਂ ਵੱਲ ਵਾਰ-ਵਾਰ ਧਿਆਨ ਜਾਂਦਾ ਹੈ। ਪਰ ਐਸਾ ਸਤਿਪੁਰਖ ਥੋੜ੍ਹੀ ਕਰਦੇ ਹਨ, ਉਹ ਸੁਧਾਰ ਥੋੜ੍ਹੀ ਰਹੇ ਹਨ ਦੁਨੀਆ ਨੂੰ। ਉਹ ਤਾਂ ਦੁਨੀਆ 'ਚੋਂ ਕੱਢਦੇ ਹਨ। ਇਸ ਕਰਕੇ ਉਹਨਾਂ ਨੂੰ ਬਾਹਰੋਂ ਧਿਆਨ ਕਰਨ ਦੀ ਲੋੜ ਨਹੀਂ, ਸੁਧਾਰਨ ਵਾਲੇ ਨੂੰ ਬਾਹਰੋਂ ਧਿਆਨ ਕਰਨ ਦੀ ਲੋੜ। ਧਾਰਮਿਕ ਲੋਕ ਬਾਹਰੋਂ ਧਿਆਨ ਕਰਦੇ ਹਨ, ਵਿਗੜੇ ਹੋਏ ਹਨ ਲੋਕ, ਉਹਨਾਂ ਨੂੰ ਸੁਧਾਰਨਾ ਹੈ। ਤੇ ਧਿਆਨ ਤੇ ਬਾਹਰ ਹੀ ਰਹਿ ਗਿਆ ਨਾ। ਤੇ ਉਹਨਾਂ ਨੂੰ ਇਹ ਗੁਰਮੁਖ ਪਿਆਰਾ ਕਹਿ ਰਿਹਾ, ਤੁਸੀਂ ਬਾਹਰੋਂ ਧਿਆਨ ਮੇਰੇ ਵੱਲੋਂ ਹਟਾਓ, ਰੱਬ ਵੱਲ ਲਾਓ। ਇਹੋ ਹੀ ਸਤਸੰਗਤ ਦਾ ਮਤਲਬ ਹੈ। ਠੀਕ ਹੀ ਹੈ। ਪਰ ਜਿਹਦਾ ਧਿਆਨ ਤੇਰੇ ਵੱਲ ਲੱਗ ਰਿਹਾ ਹੈ, ਜਿਨ੍ਹਾਂ ਦਾ, ਉਹਨਾਂ ਦਾ ਹੋਰ ਵੀ ਬਹੁਤ ਪਾਸੇ ਵੱਲ ਲੱਗਾ ਹੋਇਆ, ਹੋਰਾਂ ਵੱਲ ਵੀ ਲੱਗਾ ਹੋਇਆ, ਜਿਹੜੇ ਨਾਲ ਜੁੜੇ ਹੋਏ ਆ। ਸੰਸਾਰ ਵਿੱਚ ਵੀ ਲੱਗਾ ਹੋਵੇਗਾ। ਸੰਸਾਰ ਵਿੱਚ ਹੀ ਹੈ ਧਿਆਨ, ਤਾਂ ਹੀ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ਆਪਣੇ ਨਾਲ, ਸੰਗੀਆਂ ਦੇ ਨਾਲ। ਸੰਗ ਕੌਣ ਹੈ ਤੁਹਾਡੇ? ਪਰਿਵਾਰ ਦੇ ਮੈਂਬਰ ਸੰਗ ਨਹੀਂ ਹਨ। ਸਾਰਿਆਂ ਦਾ ਆਪੋ ਆਪਣਾ ਮਾਰਗ ਹੈ। ਇਹ ਬਾਹਰ ਤੁਸੀਂ ਸੰਗ ਕਿਵੇਂ ਜੋੜ ਲੈਂਦੇ ਹੋ? ਇਹ ਕੋਈ ਸੰਗ ਸਾਥ ਥੋੜ੍ਹੀ ਹੈ, ਇੱਦਾਂ ਥੋੜ੍ਹੀ ਸੰਗ ਸਾਥ ਹੁੰਦਾ। ਕੋਈ ਵੀ ਨਾਲ ਥੋੜ੍ਹੀ ਜਾਂਦਾ ਹੈ, ਸਾਰਿਆਂ ਦੀ ਯਾਤਰਾ ਅਲੱਗ-ਅਲੱਗ ਹੈ। ਇੱਦਾਂ ਹੀ ਅਕਸਰ ਧਾਰਮਿਕ ਲੋਕ ਕਰਦੇ ਹਨ। ਘਰਾਂ ਦੇ ਵਿੱਚ ਵੀ ਅਗਰ ਇੱਕ ਕੋਈ ਪਰੰਪਰਾ ਨੂੰ, ਸੰਪਰਦਾ ਨੂੰ ਮੰਨ ਰਿਹਾ ਹੈ, ਕਿਸੇ ਸਾਧੂ ਮਹਾਤਮਾ ਨੂੰ, ਉਹ ਦੂਸਰੇ ਨੂੰ ਵੀ ਖਿੱਚਦਾ ਹੈ ਨਾਲ, ਤੂੰ ਵੀ ਮੰਨ। ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ। ਧਰਮ ਸੁਤੰਤਰਤਾ ਹੈ। ਅਗਰ ਤੇਰਾ ਲਗਾਵ ਹੈ ਕਿਸੇ ਨਾਲ ਤੇ ਤੂੰ ਜਾ, ਦੂਸਰੇ ਦਾ ਜਿੱਧਰ ਲਗਾਵ ਹੋਵੇਗਾ ਉੱਧਰ ਜਾ। ਜਿਹਦਾ ਜਿੱਧਰ ਨੂੰ ਲਗਾਵ ਹੈ, ਠੀਕ ਹੈ, ਉੱਧਰ ਨੂੰ ਜਾਣ ਦਿਓ। ਨਾਲੇ ਸਾਰਿਆਂ ਦੀ ਯਾਤਰਾ ਅਲੱਗ-ਅਲੱਗ ਹੈ। ਤੁਸੀਂ ਅਲੱਗ-ਅਲੱਗ ਹੀ ਪਿੱਛੋਂ ਆਏ ਹੋ ਅਤੇ 4 ਦਿਨ ਰਹਿਣਾ ਹੈ ਨਦੀ ਨਾਮ ਸੰਜੋਗ, ਫਿਰ ਅਲੱਗ-ਅਲੱਗ ਹੀ ਯਾਤਰਾ ਹੋਵੇਗੀ। ਕੋਈ ਕਿਸੇ ਦੇ ਨਾਲ ਥੋੜ੍ਹੀ ਜਾਂਦਾ। ਅਤੇ ਸੰਗ ਸਾਥ ਜੇ ਅਧਿਆਤਮ ਵੱਲੋਂ ਵੀ ਹੁੰਦਾ ਹੈ ਤਾਂ ਉਹ ਉਹਦਾ ਹੀ ਹੁੰਦਾ ਹੈ ਜਿਹੜਾ ਇੱਕ ਵਿਚਾਰਧਾਰਾ ਨੂੰ ਖਿਆਲ ਵਿੱਚ ਰੱਖ ਕੇ ਚੱਲਦਾ ਹੈ। ਜੇ ਉਹ ਨਹੀਂ ਦਿਖ ਰਿਹਾ ਹੈ ਉਹਨੂੰ ਵੀ ਇਹ ਕਿਸੇ ਬਾਹਰਲੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਆ, ਉਹਨੂੰ ਪਤਾ ਲੱਗ ਰਿਹਾ ਹੈ, ਤਾਂ ਉਸ ਵਿਚਾਰਧਾਰਾ ਤੋਂ ਟੁੱਟੇਗਾ ਹੀ। ਕਿਉਂਕਿ ਉਹ ਬਾਹਰ ਹੈ ਅਤੇ ਬਾਹਰ 'ਤੇ ਜੋੜੇ ਹੋਏ ਹੀ ਹੋ ਤੁਸੀਂ ਸਾਰੇ, ਅਤੇ ਬਾਹਰ ਹੀ ਜੋੜ ਰਹੇ ਹੋ। ਅਤੇ ਇਹ ਠੀਕ ਕਹਿ ਰਿਹਾ ਹੈ ਵੀ ਤੁਸੀਂ
ਮੇਰੇ ਵੱਲੋਂ ਧਿਆਨ ਹਟਾਓ। ਮੈਨੂੰ ਸੁਧਾਰਨ ਦੀ ਕੋਸ਼ਿਸ਼ ਨਾ ਕਰੋ। ਫਿਰ ਜ਼ਬਰਦਸਤੀ ਸੁਧਾਰਨਾ, ਇਹ ਤਾਂ ਹਿੰਸਾ ਹੈ। ਇਸੇ ਕਾਰਨ ਹੀ ਸਤਿਪੁਰਖ ਜਿਹੜੇ ਹਨ ਨਾ, ਉਹ ਉਪਦੇਸ਼ ਦਿੰਦੇ ਹਨ। ਉਪਦੇਸ਼ ਦਾ ਭਾਵ ਹੁੰਦਾ ਹੈ ਵੀ ਜਿਹੜੇ ਉਹ ਦੇਸ਼ ਦੇ ਵਿੱਚ ਵਸ ਰਹੇ ਹਨ, ਉਸ ਦੇਸ਼ ਦੀ ਉਹ ਗੱਲ ਦੱਸ ਰਹੇ ਹਨ ਵੀ ਇਸ ਢੰਗ ਦੇ ਨਾਲ ਤੁਸੀਂ ਉਸ ਦੇਸ਼ ਜਾ ਸਕਦੇ ਹੋ। ਉਹ ਕੋਈ ਸੁਧਾਰਦੇ ਥੋੜ੍ਹੀ ਹਨ, ਕੋਈ ਲੋਕ ਵਿਗੜੇ ਹੋਏ ਥੋੜ੍ਹੀ ਹਨ ਵੀ ਸੁਧਾਰ ਕੇ ਕੋਈ ਧਰਮ ਥੋੜ੍ਹੀ ਹੋ ਜਾਂਦਾ। ਲੋਕ ਐਵੇਂ ਹੀ ਸੋਚਦੇ ਹਨ ਧਾਰਮਿਕ, ਵੀ ਬਾਹਰੋਂ ਕੋਈ ਸੁਧਰ ਜਾਵੇਗਾ, ਧਾਰਮਿਕ ਨਿਯਮ ਮਰਿਆਦਾ ਮੰਨਣ ਲੱਗ ਜਾਵੇਗਾ ਤੋ ਧਾਰਮਿਕ ਹੋ ਗਿਆ। ਨਹੀਂ, ਧਾਰਮਿਕ ਹੋ ਗਿਆ ਮੁਕਤ ਥੋੜ੍ਹੀ ਹੋਏ। ਬਾਹਰੋਂ ਧਾਰਮਿਕ ਹੋ ਜਾਣਾ ਮੁਕਤ ਥੋੜ੍ਹੀ ਹੋ ਜਾਣਾ ਹੁੰਦਾ। ਇਸੇ ਕਾਰਨ ਹੀ ਕਿਹਾ ਜਾਂਦਾ ਹੈ ਨਾ ਵੀ ਬਾਹਰੋਂ ਧਾਰਮਿਕ ਜਿਹੜਾ ਹੈ ਉਹ ਧਰਮ ਦੇ ਨਾਲ ਬੱਧਿਆ ਹੋਇਆ ਹੈ, ਸੰਪਰਦਾ ਦੇ ਨਾਲ। ਦੇਖੋ, ਜਿਵੇਂ ਘਰਾਂ ਦੇ ਨਾਲ ਮੋਹ ਹੈ, ਉੱਦਾਂ ਹੀ ਸੰਪਰਦਾ ਦੇ ਨਾਲ ਮੋਹ ਹੈ, ਸੰਗੀਆਂ ਦੇ ਨਾਲ ਮੋਹ ਹੈ। ਮੋਹ ਤੇ ਉਹੀ ਹੈ ਨਾ, ਲਗਾਵ ਉਹੀ ਹੈ, ਉੱਦਾਂ ਹੀ ਲੋਕ ਜੁੜੇ ਹੋਏ ਆ। ਇੱਧਰ ਬਾਹਰੋਂ ਥੋੜ੍ਹੀ ਜੋੜਿਆ ਜਾ ਰਿਹਾ ਹੈ। ਮੇਰੀ ਕੋਈ ਸੰਪਰਦਾ ਥੋੜ੍ਹੀ ਹੈ, ਮੈਂ ਨਾ ਕਿਸੇ ਸੰਪਰਦਾ ਦੇ ਨਾਲ ਜੋੜ ਰਿਹਾ ਹਾਂ, ਨਾ ਕਿਸੇ ਮਜ਼ਹਬ ਦੇ ਨਾਲ, ਨਾ ਕਿਸੇ ਧਰਮ ਦੇ ਨਾਲ, ਨਾ ਆਪਣੇ ਨਾਲ ਹੀ ਜੋੜ ਰਿਹਾ। ਦੇਖੋ, ਮੈਂ ਤਾਂ ਜੋੜ ਹੀ ਨਹੀਂ ਰਿਹਾ, ਮੈਂ ਤਾਂ ਸਿਰਫ ਤੋੜ ਰਿਹਾ ਹਾਂ। ਦੇਖੋ, ਕਮਾਲ ਦੀ ਗੱਲ ਹੀ ਹੈ ਨਾ। ਮੈਂ ਕਹਿੰਦਾ ਟੁੱਟ ਜਾਓ ਪੂਰੇ ਦੇ ਪੂਰੇ ਹੀ ਸੰਸਾਰ ਰੂਪੀ ਦਰਖਤ ਨਾਲੋਂ। ਜਦੋਂ ਟੁੱਟ ਗਏ ਤਾਂ ਫਲ ਸਿਰਾ ਪਰਮਾਤਮਾ ਕੋਈ ਜਾਵੇਗਾ, ਕਿਉਂਕਿ ਪਰਮਾਤਮਾ ਤੋਂ ਹੀ ਤੁਸੀਂ ਆਏ ਹੋ, ਪਰਮਾਤਮਾ ਦਾ ਹੀ ਫਲ ਹੋ ਤੁਸੀਂ, ਅਤੇ ਸੰਸਾਰ ਦੀ ਟਾਹਣੀ ਦੇ ਨਾਲ ਜੁੜ ਗਏ। ਸੰਸਾਰ ਦੀਆਂ ਟਾਹਣੀਆਂ ਬਹੁਤ ਹਨ, ਇਹਨਾਂ ਦੇ ਨਾਲ ਜੁੜ ਗਏ। ਜਿਵੇਂ ਕ੍ਰਿਸ਼ਨ ਨੇ ਵੀ ਕਿਹਾ ਹੈ ਨਾ ਗੀਤਾ ਦੇ ਵਿੱਚ ਵੀ ਸੰਸਾਰ ਬਟ ਬਰਛ ਦੀ ਤਰ੍ਹਾਂ ਹੈ, ਅਤੇ ਪੱਤੇ ਹਨ, ਮਨੁੱਖ ਹਨ, ਟਾਹਣੀਆਂ ਹਨ, ਸੰਪਰਦਾਵਾਂ ਹਨ, ਟਾਹਣੇ ਹਨ, ਧਰਮ ਹਨ, ਅਤੇ ਮੂਲ ਇੱਕ ਹੈ। ਅਤੇ ਕਈ ਇਹ ਸੰਪਰਦਾਵਾਂ ਦੇ ਨਾਲ ਜੁੜੇ ਹੋਏ ਹਨ, ਟਾਹਣੀਆਂ ਦੇ ਨਾਲ ਜੁੜੇ ਹੋਏ ਹਨ। ਪੁੱਛ ਵੀ ਲੈਂਦੇ ਹਨ ਨਾ, ਮਹਾਤਮਾ ਲੋਕ ਅਕਸਰ ਪੁੱਛਦੇ ਹਨ ਵੀ ਆਪ ਕੀ ਕੌਣ ਸੀ ਸ਼ਾਖਾ ਹੈ। ਮੈਨੂੰ ਵੀ ਪੁੱਛਿਆ ਇੱਕ ਵਾਰ, ਮੈਂ ਕਿਹਾ ਸ਼ਾਖਾ ਕੋਈ ਵੀ ਸ਼ਾਖਾ ਨਹੀਂ ਹੈ, ਜਿਹੜਾ ਮੂਲ ਦੇ ਨਾਲ ਹੀ ਜੁੜ ਗਿਆ ਉਹਦੀ ਕਾਹਦੀ ਸ਼ਾਖਾ ਹੁੰਦੀ। ਉਹ ਪੁੱਛ ਰਹੇ ਕਿਹੜੀ ਸੰਪਰਦਾ ਹੈ ਤੁਹਾਡੀ, ਅਤੇ ਸਾਰੀਆਂ ਸ਼ਾਖਾਵਾਂ ਛੱਡਣੀਆਂ ਹਨ। ਪਹਿਲਾਂ ਪੱਤੇ ਛੱਡਣੇ ਹਨ ਉੱਪਰੋਂ, ਧੀਰੇ ਧੀਰੇ ਫਿਰ ਟਾਹਣੇ ਵੀ ਛੱਡਣੇ ਹਨ, ਤਾਂ ਹੀ ਤੁਸੀਂ ਮੂਲ ਵੱਲ ਆਓਗੇ ਨਾ। ਮੂਲ ਇੱਕ ਹੈ ਸਾਰਿਆਂ ਦਾ, ਅਤੇ ਜਿਹੜਾ ਮੂਲ ਵੱਲ ਆਉਂਦਾ ਹੈ ਉਹ ਇੱਕ ਵੱਲ ਹੁੰਦਾ ਜਾਂਦਾ, ਇੱਕ ਹੁੰਦਾ ਜਾਂਦਾ, ਉਹਦੀ ਕੋਈ ਸੰਪਰਦਾ ਨਹੀਂ ਹੁੰਦੀ। ਹਾਂ, ਬਾਅਦ ਵਿੱਚ ਬਣ ਜਾਂਦੀਆਂ ਹਨ, ਜਿਹੜੇ ਬਾਅਦ ਵਿੱਚ ਅਮਲ ਕਰਨਗੇ, ਚੱਲਣਗੇ ਧੀਰੇ 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 ਧੀਰੇ, ਉਹਨਾਂ ਦੇ ਨਾਲ ਹੋਰ ਜੁੜਨਗੇ ਲੋਕ, ਸੰਪਰਦਾ ਬਣ ਜਾਵੇਗੀ। ਹਰ ਜਾਗਰਤ ਪੁਰਸ਼ ਦੀ ਵੀ ਬਣ ਜਾਂਦੀ ਹੈ ਸੰਪਰਦਾ।
ਪਰ ਜਦੋਂ ਉਹ ਹੁੰਦਾ ਹੈ ਉਦੋਂ ਕੋਈ ਸੰਪਰਦਾ ਨਹੀਂ ਹੁੰਦੀ ਹੈ, ਕੋਈ ਧਰਮ ਨਹੀਂ ਹੁੰਦਾ ਹੈ, ਕਿਉਂਕਿ ਉਹ ਕਿਸੇ ਦੇ ਨਾਲ ਨਹੀਂ ਜੋੜ ਰਿਹਾ ਹੁੰਦਾ। ਤਾਂ ਮੈਂ ਕਿਸੇ ਦੇ ਵੀ ਨਾਲ ਨਹੀਂ ਜੋੜ ਰਿਹਾ। ਮੈਂ ਕਹਿ ਰਿਹਾ ਵੀ ਸੰਸਾਰ ਨਾਲੋਂ ਬਿਲਕੁਲ ਟੁੱਟ ਜਾਓ, ਸੰਸਾਰ ਵੱਲੋਂ ਧਿਆਨ ਹਟਾ ਲਓ। ਅਸੱਤ ਵੱਲੋਂ ਧਿਆਨ ਹਟਾਓਗੇ ਤੁਸੀਂ ਤੇ ਸੱਤ ਵੱਲ ਜਾਓਗੇ। ਤੇ ਬਾਹਰੋਂ ਤੇ ਮੈਂ ਕਿਸੇ ਨੂੰ ਜੋੜ ਹੀ ਨਹੀਂ ਰਿਹਾ, ਨਾ ਸਮਝਾ ਬੁਝਾ ਕੇ ਜੋੜ ਰਿਹਾ। ਨਾ ਹੀ ਆਪਣੇ ਨਾਲ ਜੋੜ ਰਿਹਾ। ਮੈਂ ਤੇ ਹੈ ਹੀ ਨਹੀਂ, ਤੁਸੀਂ ਦੇਖ ਰਹੇ ਹੋ। ਤੇ ਜੁੜਨਾ ਨਹੀਂ ਹੈ। ਹਾਂ, ਇੰਨਾ ਜ਼ਰੂਰ ਮੈਂ ਅਕਸਰ ਕਹਿੰਦਾ ਹਾਂ ਵੀ ਜਿਹਨੂੰ ਤੁਸੀਂ ਦੇਖ ਰਹੇ ਹੋ ਨਾ ਬਾਹਰ ਆਕਾਰ ਨੂੰ, ਇਹਦੇ ਸਹਾਰੇ ਤੁਸੀਂ ਨਿਰਾਕਾਰ ਦੇ ਨਾਲ ਜੁੜ ਜਾਓਗੇ। ਸਹਾਰਾ ਜ਼ਰੂਰ ਇਹਦਾ ਲੈ ਸਕਦੇ ਹੋ, ਬੋਲਣ ਵਾਲੇ ਦਾ, ਜਿਹਨੂੰ ਦੇਖ ਰਹੇ ਹੋ ਇਹਦਾ। ਇਹਦੇ ਸਹਾਰੇ ਤੁਸੀਂ ਮੂਲ ਨਾਲ ਜੁੜ ਸਕਦੇ ਹੋ। ਇਹਦੇ ਸਹਾਰੇ ਤੁਸੀਂ ਬਾਹਰੋਂ ਛੁੱਟ ਸਕਦੇ ਹੋ ਸੰਸਾਰ ਵੱਲੋਂ। ਸੰਸਾਰ ਵੱਲੋਂ ਛੁਟਕਾਰਾ ਹੋ ਸਕਦਾ। ਇਹੋ ਹੀ ਕਹਿੰਦੇ ਸਨ ਪੁਰਾਣੇ ਸਮਿਆਂ 'ਚ ਵੀ ਸਤਿਗੁਰੂ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਆ। ਵੀ ਸਾਡੇ ਸਹਾਰੇ ਤੁਸੀਂ ਬਾਹਰੋਂ ਛੁੱਟ ਸਕਦੇ ਹੋ। ਤੇ ਬਾਹਰੋਂ ਛੁੱਟੇ ਹੀ ਸਨ ਜਿਹੜੇ ਉਹਨਾਂ ਕੋਲ ਆਏ ਸਨ ਸੰਸਾਰ ਵੱਲ। ਤੇ ਉਹ ਪਹਿਲਾਂ ਸੰਸਾਰ ਵੱਲੋਂ ਛੁਟਕਾਰਾ ਦਿਲਾਉਂਦੇ ਹਨ। ਤੇ ਜਦੋਂ ਸੰਸਾਰ ਵੱਲੋਂ ਟੋਟਲ ਛੁੱਟ ਗਿਆ, ਛੁਟਕਾਰਾ ਹੋ ਗਿਆ, ਫਿਰ ਇਹ ਆਪਣੇ ਨਾਲੋਂ ਵੀ ਉਹ ਸੁਰਖਰੂ ਕਰ ਦਿੰਦੇ ਹਨ। ਉਹ ਕਹਿੰਦੇ ਹਨ ਤੂੰ ਸੁਤੰਤਰ ਹੈ। ਇਹ ਸਮਸਤ ਆਕਾਸ਼ ਤੇਰਾ ਹੈ। ਇਹਨੇ ਇਹ ਮੈਸੇਜ ਦੇ ਵਿੱਚ ਵੀ ਐਸਾ ਇੱਕ ਲਿਖਿਆ ਹੈ, ਅਜੇ ਵੀ ਸਮਾਂ ਹੈ, ਸੋਚ ਲਓ ਵਾਪਸੀ ਹੋ ਸਕਦੀ ਹੈ। ਜੇ ਖੁੱਲ੍ਹੇ ਅਸਮਾਨਾਂ ਵੱਲ ਚੱਲਣਾ ਹੈ ਤਾਂ ਹੀ ਮਿਲਾਂਗੇ। ਇਹ ਕਹਿ ਰਿਹਾ ਹੈ ਗੁਰਮੁਖ ਪਿਆਰਾ ਉਹਨਾਂ ਸਤਸੰਗੀਆਂ ਨੂੰ। ਵੀ ਅਗਰ ਤੁਸੀਂ ਖੁੱਲ੍ਹੇ ਅਸਮਾਨਾਂ ਵੱਲ ਚੱਲਣਾ ਹੈ ਨਾ, ਤਾਂ ਹੀ। ਹੁਣ ਜਿਹੜਾ ਇਹਨੇ ਥੋੜ੍ਹਾ ਜਿਹਾ ਖੁੱਲ੍ਹਾ ਅਸਮਾਨ ਦੇਖ ਲਿਆ, ਭਾਵੇਂ ਥੋੜ੍ਹਾ ਜਿਹਾ ਹੀ ਦੇਖਿਆ ਹੈ, ਖਿਆਲ ਵਿੱਚ ਹੀ ਆਇਆ ਹੈ, ਸੁਤੰਤਰਤਾ ਦਾ ਅਹਿਸਾਸ ਹੋਇਆ ਹੈ। ਉਹ ਇਹ ਗੱਲ ਕਹਿ ਰਿਹਾ ਹੈ ਉਹਨਾਂ ਨੂੰ ਵੀ ਤੁਸੀਂ ਪਰਤੰਤਰ ਹੋ, ਤੁਸੀਂ ਬੰਧੇ ਹੋਏ ਹੋ। ਬੰਧਨ ਦਿਖਾਈ ਨਹੀਂ ਨਾ ਦੇ ਰਹੇ, ਸੰਸਾਰਿਕ ਲੋਕਾਂ ਨੂੰ ਦਿਖਾਈ ਨਹੀਂ ਦੇ ਰਹੇ। ਪੁੱਤਾਂ ਧੀਆਂ ਨਾਲ ਬੰਧੇ ਹੋਏ, ਸੋਚ ਕਰਕੇ ਬੰਧੇ ਹੋਏ ਹੋ ਨਾ, ਆਪਣੇ ਹਨ, ਸੋਚ ਰਹੇ ਹੋਏ, ਇਸ ਕਰਕੇ ਬੰਧੇ ਹੋਏ। ਇੱਦਾਂ ਹੀ ਇਹ ਸੰਗੀ ਸਾਥੀ ਹਨ ਪੁਰਾਣੇ ਧਾਰਮਿਕ ਲੋਕ, ਇਹ ਵੀ ਇਸ ਢੰਗ ਦੇ ਨਾਲ ਸੋਚ ਦੁਆਰਾ ਬੰਧ ਜਾਂਦੇ ਹਨ ਇੱਕ ਦੂਸਰੇ ਨਾਲ। ਉੱਦਾਂ ਹੀ ਮੋਹ ਪੈ ਜਾਂਦੇ ਹਨ। ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਹੋ ਜਾਂਦੀਆਂ ਹਨ, ਆਪਸ ਦੇ ਵਿੱਚ ਕਰ ਲੈਂਦੇ। ਅਤੇ ਇਹ ਸੰਗ ਸਾਥ ਤੋਂ ਛੁਟਕਾਰਾ ਪਾਉਣਾ ਬਹੁਤ ਕਠਿਨ ਹੈ। ਇਹ ਵਾਰ-ਵਾਰ ਵੈਸੇ ਹੀ ਖਿੱਚਦੇ ਹਨ ਜੈਸੇ ਸੰਸਾਰਿਕ ਲੋਕ ਖਿੱਚਦੇ ਹਨ ਆਪਣੇ ਵੱਲ, ਕਿਉਂਕਿ ਮੋਹ ਵੈਸੇ ਹੀ ਹੁੰਦਾ ਹੈ। ਅਤੇ ਮੋਹ ਦਾ ਤਿਆਗ ਕਰਨਾ ਹੈ। ਧਰਮ ਸੁਤੰਤਰਤਾ ਹੈ।
ਜਿਹੜਾ ਵੀ ਜਿੱਧਰ ਨੂੰ ਵੀ ਜਾਣਾ ਚਾਹੇ ਉੱਧਰ ਨੂੰ ਹੀ ਚਲੇ ਜਾਏ। ਮੈਂ ਕਦੇ ਵੀ ਕਿਸੇ ਨੂੰ ਪੁੱਛਿਆ ਨਹੀਂ ਹੈ। ਕੋਈ ਸੁਣੇ, ਕਈ ਸੁਣਨੋਂ ਵੀ ਹਟ ਜਾਂਦੇ ਹਨ, ਅਤੇ ਕਦੇ ਵੀ ਨਹੀਂ ਕਿਸੇ ਨੂੰ ਕਿਹਾ ਕਿ ਤੂੰ ਕਿੱਧਰ ਜਾ ਰਿਹਾ ਹੈ, ਕਿਹਨੂੰ ਸੁਣ ਰਿਹਾ, ਕੀ ਕਰ ਰਿਹਾ। ਕਦੇ ਟੈਲੀਫੋਨ ਹੀ ਨਹੀਂ ਕੀਤਾ, ਪੁੱਛਿਆ ਹੀ ਨਹੀਂ। ਕੋਈ ਕਿੱਧਰ ਵੀ ਜਾ, ਸਾਰੇ ਸੁਤੰਤਰ ਹਨ। ਮੈਂ ਜਿਵੇਂ ਆਪਣੀ ਗੱਲ ਕਹਿਣ ਦੇ ਵਿੱਚ ਸੁਤੰਤਰ ਹਾਂ, ਇੱਦਾਂ ਹੀ ਸੁਣਨ ਵਾਲੇ ਵੀ ਤਾਂ ਸੁਤੰਤਰ ਹੀ ਹਨ। ਸੁਣਨ ਨਾ ਸੁਣਨ ਉਹਨਾਂ ਦੀ ਮੌਜ। ਜੇ ਸਮਝ ਵਿੱਚ ਆਉਂਦਾ ਹੈ, ਤੁਹਾਨੂੰ ਠੀਕ ਲੱਗਦਾ ਹੈ ਵੀ ਜੋ ਕਹਿ ਰਹੇ ਹਨ ਠੀਕ ਹੈ, ਅਤੇ ਤੁਸੀਂ ਚੱਲੋਗੇ। ਅਤੇ ਜਿਹੜੇ ਚੱਲ ਰਹੇ ਹਨ ਉਹਨੂੰ ਪ੍ਰਤੀਤ ਹੋ ਰਿਹਾ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੱਚ ਕੀ ਵੇਲਾ। ਇਹ ਵਾਸਤਵਿਕ ਹੈ, ਪਰ ਸੱਚ ਵੱਲ ਨੂੰ ਜਾਣਾ ਕਠਿਨ ਹੈ। ਝੂਠ ਦੇ ਨਾਲ ਮੋਹ ਪਿਆਰ ਹੈ। ਝੂਠ ਨੂੰ ਛੱਡਣਾ ਕਠਿਨ ਹੈ, ਹਟਣਾ ਕਠਿਨ ਹੈ। ਡਰ ਲੱਗਦਾ ਹੈ, ਬਹੁਤ ਕਠਿਨ ਹੈ। ਇਸੇ ਕਰਕੇ ਕਿਹਾ ਹੈ ਨਾ ਕਿ ਨਹੀਂ ਗੁਰਮੁਖ ਜਾਣਾ, ਖੇਲ ਕਠਿਨ ਹੈ, ਬਹੁਤ ਕਠਿਨ ਹੈ। ਜਿਵੇਂ ਆਦਮੀ ਮਰਨੋਂ ਡਰਦਾ ਹੈ, ਅਤੇ ਜੀਂਦੇ ਜੀ ਮਰਨਾ ਹੈ। ਜੀਵਤ ਮਰੀਏ ਤਾਂ ਪਾਉ ਜਲ ਤਰੀਏ, ਤਾਂ ਫਿਰ ਮਰਨ ਨਾ। ਜੀਂਦੇ ਜੀ ਸੰਸਾਰ ਛੱਡਣਾ ਹੈ, ਵੈਸੇ ਹੀ ਜਿਵੇਂ ਮਰਨ ਵੇਲੇ ਛੱਡਦੇ ਹੋ ਤੁਸੀਂ, ਅਤੇ ਡਰ ਤਾਂ ਲੱਗਦਾ ਹੀ। ਪਰ ਵਾਸਤਵਿਕ ਦੇ ਵਿੱਚ ਸੰਗ ਸਾਥ ਮਿਲ ਜਾਵੇ ਅਤੇ ਸੁਖਾਲਾ ਹੋ ਜਾਂਦਾ ਹੈ ਛੱਡਣਾ। ਤੈਸਾ ਸੱਜਣ ਲੋੜ ਲਓ, ਚੱਲਦਿਆਂ ਨਾਲ ਚਲਾਣਾ।